ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਨ ਜਾਹੇ। ਸਤੀ ਪਾਪ ਕਰ ਸਤ ਕਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦ ਅਚਲ ਬਟਾਲੇ ਸਾਹਿਬ ਗਏ ਹਨ, ਉੱਥੇ ਸਤਿਗੁਰਾਂ ਨੂੰ ਸਿੱਧ ਮਿਲੇ ਤਾਂ ਸਿੱਧਾਂ ਨੇ ਸਤਿਗੁਰਾਂ ਨੂੰ ਕਲਯੁਗ ਦੇ ਲੱਛਣ ਪੁੱਛੇ ਸਨ। ਤਾਂ ਸਤਿਗੁਰਾਂ ਨੇ ਇਹ ਪਾਵਨ ਸ਼ਲੋਕ ਉਚਾਰਨ ਕਰਕੇ ਸਿੱਧਾਂ ਨੂੰ ਕਲਯੁਗ ਦੇ ਲੱਛਣ ਦੱਸੇ ਨੇ। ਪਿਆਰ ਨਾਲ ਸੁਣੋ ਜੀ। ਸਤੀ ਪਾਪ ਕਰ ਸਤ ਕਮਾਹੇ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਾਵਨ ਸ਼ਲੋਕ ਉਚਾਰਨ ਕਰ ਰਹੇ ਨੇ, ਜੋ ਰਾਮਗਲੀ ਦੀ ਪਹਿਲੀ ਵਾਰ ਵਿੱਚ 11ਵੇਂ ਨੰਬਰ 'ਤੇ ਦਰਜ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ। ਸਤੀ ਪਾਪ ਕਰ ਸਤ ਕਮਾਹੇ। ਕਲਯੁਗ ਦੇ ਵਿੱਚ ਆਪਣੇ ਆਪ ਨੂੰ ਸਤਵਾਦੀ ਪਰਮਾਤਮਾ ਕਹਾਉਣ ਵਾਲੇ ਪੁਰਖ ਗੁਨਾਹ ਕਰਕੇ ਕੇਵਲ ਦਿਖਾਵੇ ਮਾਤਰ ਹੀ ਸਤ ਨੂੰ ਕਮਾਉਂਦੇ ਹਨ। ਪਾਪ ਪੂਰਵਕ ਸਤ ਨੂੰ ਕਮਾਉਂਦੇ ਨੇ ਜਾਂ ਨਿਸ਼ਚੇ ਕਰਕੇ ਪਾਪ ਕਰਮਾਂ ਨੂੰ ਕਮਾਉਣਾ ਕਰਦੇ ਹਨ। ਗੁਰ ਦੀਖਿਆ ਕਰ ਦੇਵਨ ਜਾਹੇ। ਕਲਯੁਗ ਦੇ ਪਖੰਡੀ ਗੁਰੂ ਖਾਣ ਪੀਣ ਵਾਸਤੇ ਪਦਾਰਥ ਲੈਣ ਦੇ ਬਹਾਨੇ ਚੇਲਿਆਂ ਨੂੰ ਸਿੱਖਿਆ ਘਰ ਵਿੱਚ ਹੀ ਦੇਣ ਜਾਇਆ ਕਰਨਗੇ। ਮਤਲਬ ਕਹਿਣ ਦਾ ਇਹ ਹੈ ਕਿ ਉਸਤਾਦੀ ਅਤੇ ਸ਼ਾਗਿਰਦੀ ਗੁਰੂ ਅਤੇ ਚੇਲੇ ਦਾ ਇਹ ਨਿਯਮ ਹੈ ਕਿ ਜਿਹੜਾ ਉਪਦੇਸ਼ ਲੈਣ ਵਾਲਾ ਹੈ ਉਹ ਖੁਦ ਆਪ ਚੱਲ ਕੇ ਆਏ, ਨਾ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ ਚੇਲੇ ਬੈਠਣ ਘਰਾਂ ਵਿੱਚ, ਗੁਰ ਉਠ ਘਰੀਂ ਤਨਾੜੇ ਜਾਈ। ਚੇਲੇ ਸਾਜ ਵਜਾਈਂਦੇ ਨੱਚਣ ਗੁਰੂ ਬਹੁ ਬਿਧ ਭਾਈ। ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨ ਰਾਈ। ਸ਼ੁਭ ਕਰਮ ਵਾਲੀ ਕਿਰਤ ਤਾਂ ਰੱਤੀ ਭਰ ਵੀ ਇਹਦੇ 'ਚ ਨਹੀਂ ਚੱਲਦੀ, ਸਭ ਕੰਮ ਪੁੱਠਾ ਹੋ ਰਿਹਾ। ਪੈਸਾ ਪ੍ਰਧਾਨ ਹੈ ਜਿੱਥੇ ਕਿਤੇ ਵੀ ਦੇਖੋ। ਤੋ ਇਸ ਲਈ ਜਿਹੜੇ ਚੇਲੇ ਪੈਸੇ ਵਾਲੇ ਹੁੰਦੇ ਨੇ
ਉਹਨਾਂ ਦੇ ਪਾਸੋਂ ਮਾਇਆ ਦੀ ਉਗਰਾਹੀ ਕਰਨ ਵਾਸਤੇ ਗੁਰੂ ਔਰ ਉਸਤਾਦ ਉਹਨਾਂ ਦੇ ਘਰਾਂ ਵਿੱਚ ਉਹਨਾਂ ਨੂੰ ਸਿੱਖਿਆ ਦੇਣ ਜਾਇਆ ਕਰਨਗੇ ਜਾਂ ਜਾਂਦੇ ਨੇ। ਅਤੇ ਚੇਲੇ ਜਾਂ ਸਿੱਖ ਬੜੇ ਆਰਾਮ ਨਾਲ ਆਪਦੇ ਘਰ ਵਿੱਚ ਬੈਠੇ ਹੋਏ ਹੁੰਦੇ ਨੇ। ਇਸ ਤਰ੍ਹਾਂ ਇਹ ਕਲਯੁਗ ਦੇ ਲੱਛਣ ਹਨ। ਇਸਤਰੀ ਪੁਰਖ ਖਟਿਆ ਪਾਉ। ਕਲਯੁਗ ਦੇ ਵਿੱਚ ਔਰਤ ਦਾ ਪੁਰਸ਼ ਨਾਲ ਤਾਂ ਪ੍ਰੇਮ ਹੋਇਆ ਕਰੇਗਾ ਜੇ ਉਹ ਖਟਿਆ ਧਨ ਖੱਟ ਕੇ ਲਿਆਵੇਗਾ। ਇਸੇ ਪ੍ਰਕਾਰ ਇਸਤਰੀ ਪੁਰਖ ਖਟਿਆ ਪਾਉ। ਜਿਹੜੀ ਇਸਤਰੀ ਆਪਣੇ ਮਾਪਿਆਂ ਤੋਂ ਖੱਟੀ ਮਾਇਆ ਲਿਆਇਆ ਕਰੇਗੀ ਉਸ ਇਸਤਰੀ ਨਾਲ ਪੁਰਖ ਦਾ ਪ੍ਰੇਮ ਹੋਇਆ ਕਰੇਗਾ। ਦਾਜ ਪਿੱਛੇ ਧੀਆਂ ਭੈਣਾਂ ਨੂੰ ਅੱਗ ਲਾ ਕੇ ਲੋਕ ਸਾੜ ਦਿੰਦੇ ਨੇ। ਇਹੀ ਕਲਯੁਗ ਹੈ। ਪਾਵੈ ਆਵੋ ਪਾਵੈ ਜਾਓ। ਜੇਕਰ ਘਰ ਵਿੱਚ ਧਨ ਨਹੀਂ ਆਵੇਗਾ ਤਾਂ ਭਾਵੇਂ ਉਹ ਘਰ ਵਿੱਚ ਆਵੇ ਤੇ ਭਾਵੇਂ ਚਲੀ ਜਾਵੇ। ਇਉਂ ਪੁਰਖ ਜਾਂ ਇਸਤਰੀ ਇੱਕ ਦੂਜੇ ਦੀ ਪਰਵਾਹ ਨਹੀਂ ਕਰਿਆ ਕਰਨਗੇ। ਅਜਿਹੇ ਬੇਵਿਚਾਰੀ ਹੋ ਜਾਇਆ ਕਰਨਗੇ। ਡੰਗਰ ਦਾ ਸੁਭਾਅ ਹੈ ਕਿ ਆਪ ਦੀ ਖੁਰਲੀ ਛੱਡ ਕੇ ਬਗਾਨੀ ਵਿੱਚ ਮੂੰਹ ਮਾਰਦਾ ਹੈ। ਕਾਂ ਵੀ ਚੰਗਾ ਭਲਾ ਕਿਸੇ ਦਾ ਕੇਸੀ ਇਸ਼ਨਾਨ ਲਈ ਧੁੱਪੇ ਰੱਖਿਆ ਹੋਇਆ ਦਹੀਂ ਚੁੰਝ ਮਾਰ ਕੇ ਤੇ ਗੰਦਾ ਕਰ ਦਿੰਦਾ। ਨਾ ਤਾਂ ਆਪਦੇ ਜੋਗਾ ਅਤੇ ਨਾ ਹੀ ਦੂਸਰੇ ਦਾ ਰਹਿਣ ਦਿੰਦਾ। ਇਉਂ ਜਿਹੜੇ ਸਾਖਤ ਵਸ਼ਾਈ ਪੁਰਖ ਨੇ ਉਹ ਆਪ ਦਾ ਜਿੰਨਾ ਮਰਜ਼ੀ ਸੋਹਣਾ ਘਰ ਹੋਵੇ ਉਹ ਛੱਡ ਕੇ ਅਤੇ ਬੇਗਾਨੇ ਘਰਾਂ ਦੇ ਵਿੱਚ ਵਿਭਚਾਰ ਕਰਨ ਜਾਇਆ ਕਰਨਗੇ ਜਾਂ ਕਰਨ ਜਾਂਦੇ ਨੇ ਅਤੇ ਦੂਸਰੇ ਦਾ ਘਰ ਪਰਿਵਾਰ ਵਿਗਾੜ ਕੇ ਲੜਾਈ ਪਾ ਲੈਂਦੇ ਨੇ। ਇਹ ਕਲਯੁਗ ਹੈ। ਸਾਸਤ ਵੇਦ ਨਾ ਮਨ ਖੋਏ। ਜੋ ਪੰਡਤ ਵਿਦਵਾਨ ਨੇ ਉਹ ਸ਼ਾਸਤਰ ਅਤੇ ਵੇਦਾਂ ਨੂੰ ਕੋਈ ਵੀ ਨਹੀਂ ਮੰਨੇਗਾ। ਆਪੋ ਆਪੈ ਪੂਜਾ ਹੋਏ। ਪਖੰਡੀ ਗੁਰੂ ਆਪੋ ਆਪਣੀ ਦੇਹ ਦੀ ਪੂਜਾ ਕਰਾਉਣ ਲਈ ਤਤਪਰ ਹੋ ਜਾਣਗੇ। ਕਾਜੀ ਹੋਏ ਕੈ ਬਹਨ ਆਏ। ਕਾਜੀ ਲੋਕ ਨਿਆਂਕਾਰ ਹੋ ਕੇ ਨਿਆਂਈ ਕਰਨ ਵਾਸਤੇ ਨਿਆਂਈ ਕਰਨ ਦੀ ਕੁਰਸੀ 'ਤੇ ਬੈਠਿਆ ਕਰਨਗੇ। ਫੇਰ ਤਸਬੀ ਕਰੇ ਖੁਦਾਏ। ਪਰ ਹੱਥਾਂ ਵਿੱਚ ਮਾਲਾ ਫੇਰਦੇ ਹੋਏ ਮੂੰਹ ਨਾਲ ਦਿਖਾਵੇ ਮਾਤਰ ਅੱਲਾ ਅੱਲਾ ਕਰਿਆ ਕਰਨਗੇ। ਵੱਡੀ ਲੈ ਕੇ ਹੱਕ ਗਵਾਏ। ਅਤੇ ਨਿਆਂ ਕਰਨ ਵਾਲੇ ਵੱਡੀ ਰਿਸ਼ਵਤ ਲੈ ਕੇ ਹੱਕ ਗਵਾ ਦਿਆ ਕਰਨਗੇ। ਭਾਵ ਜਿਸ ਦਾ ਹੱਕ ਹੋਇਆ ਕਰੇਗਾ ਰਿਸ਼ਵਤ ਲੈ ਕੇ ਉਸ ਦੇ ਉਲਟ ਫੈਸਲਾ ਕਰਿਆ ਕਰਨਗੇ। ਹੱਕ ਦਾ ਮਤਲਬ ਹੈ ਸੱਚ ਨੂੰ ਤਾਂ ਬਿਲਕੁਲ ਹੀ ਗਵਾ ਦਿਆ ਕਰਨਗੇ। ਅੱਜ ਕੱਲ੍ਹ ਇਹੀ ਹੋ ਰਿਹਾ। ਜਿਨ੍ਹਾਂ ਦੀਆਂ 80-80 ਹਜ਼ਾਰ ਲੱਖ 1.5 ਲੱਖ ਰੁਪਈਏ ਤਨਖਾਹਾਂ ਨੇ ਉਹ ਵਿਚਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ 500 ਰੁਪਈਏ ਦਿਹਾੜੀ ਵਾਲੇ ਬੰਦੇ ਕੋਲੋਂ ਰਿਸ਼ਵਤ ਚਾਹ ਰਿਹਾ ਹੈ। ਜਾਂ ਜਿਹਦੀ 700 ਰੁਪਈਆ ਦਿਹਾੜੀ ਹੈ 500 ਰੁਪਈਆ ਉਹਦੇ ਕੋਲ ਲੈ ਰਿਹਾ ਹੈ। ਉਹ ਵਿਚਾਰਾ ਆਪਦੇ ਘਰਦਿਆਂ ਨੂੰ ਕੀ ਖਿਲਾਏਗਾ। ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ। ਵੱਡੀ ਲੈ ਕੇ ਹੱਕ ਗਵਾਏ। ਜੋ ਨਿਆਂ ਕਰਨ ਵਾਲੇ ਕਾਜੀ ਹੋਇਆ ਕਰਨਗੇ। ਜਿਵੇਂ ਅੱਜ ਕੱਲ੍ਹ ਜੱਜ ਆਦਿਕ ਨੇ ਉਹ ਵੱਡੀ ਲੈ ਕੇ ਰਿਸ਼ਵਤ ਲੈ ਕੇ
ਸੱਚ ਨੂੰ ਗਵਾ ਦੇਣਗੇ। ਜੇ ਕੋ ਪੁੱਛੈ ਤਾਂ ਪੜ ਸੁਨਾਏ। ਜੇਕਰ ਕੋਈ ਪੁੱਛੇਗਾ ਤਾਂ ਸ਼ਰ੍ਹਾ ਆਦਿਕ ਦੀਆਂ ਪੁਸਤਕਾਂ ਪੜ੍ਹ ਕੇ ਸੁਣਾ ਦਿਆ ਕਰਨਗੇ। ਭਾਵ ਆਪਦੇ ਕੋਲੋਂ ਹੀ ਬਣਾ ਕੇ ਕਹਿ ਦਿਆ ਕਰਨਗੇ ਕਿ ਸ਼ਰ੍ਹਾ ਵਿੱਚ ਇੰਝ ਲਿਖੀ ਹੈ। ਜਿਵੇਂ ਇੱਕ ਨਗਰ ਵਿੱਚ ਤੇਲੀ ਬੰਦਾ ਰਹਿੰਦਾ ਸੀਗਾ, ਮਾਫ ਕਰਨਾ ਕਿਉਂਕਿ ਅੱਜ ਕੱਲ੍ਹ ਤਾਂ ਸਭ ਸਰਕਾਰੀ ਨੌਕਰੀਆਂ ਦੇ ਲੱਗੇ ਹੋਏ ਨੇ ਅਤੇ ਸਾਰੇ ਬਿਜ਼ਨਸਮੈਨ ਨੇ। ਬੜੀ ਤਰੱਕੀ ਕਰ ਗਿਆ ਸਾਡਾ ਸਮਾਜ। ਪੁਰਾਣੇ ਸਮਿਆਂ ਵਿੱਚ ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਉਸੇ ਤਰ੍ਹਾਂ ਦਾ ਹੀ ਉਹਦਾ ਨਾਮ ਪੈ ਜਾਂਦਾ। ਨਾਮ ਤੋਂ ਹੀ ਫਿਰ ਲੋਕ ਉਹਦੀ ਜਾਤ ਜਾਣਦੇ। ਸੋ ਜਿਹੜੇ ਤੇਲ ਕੱਢ ਕੇ ਵੇਚਣ ਵਾਲੇ ਸੋ ਕਹਿਣ ਤੇਲੀ, ਤੋ ਇੱਕ ਨਗਰ ਵਿੱਚ ਉਹ ਤੇਲ ਕੱਢਣ ਵਾਲਾ ਤੇਲੀ ਰਹਿੰਦਾ ਸੀਗਾ। ਇਹਨੇ ਖਾਲ ਆਦਿਕ ਖਵਾ ਖਵਾ ਕੇ ਆਪਣਾ ਬਲਦ ਚੰਗਾ ਨਰਵਾ ਕੀਤਾ ਹੋਇਆ ਸੀਗਾ। ਉੱਥੇ ਹੀ ਇੱਕ ਕਾਜੀ ਰਹਿੰਦਾ ਸੀ ਜੋ ਵੱਢੀ ਲੈ ਲੈ ਕੇ ਕੰਮ ਕਰਿਆ ਕਰਦਾ ਸੀ। ਉਸ ਕੋਲ ਵੀ ਇੱਕ ਬਲਦ ਰੱਖਿਆ ਹੋਇਆ ਸੀ ਜੋ ਬਹੁਤ ਕਮਜ਼ੋਰ ਜਿਹਾ ਸੀ। ਇੱਕ ਦਿਨ ਤੇਲੀ ਆਪਣੇ ਬਲਦ ਨੂੰ ਖੂਹ 'ਤੇ ਪਾਣੀ ਬਣਾਉਣ ਲਈ ਲੈ ਕੇ ਗਿਆ। ਉੱਥੇ ਕਾਜੀ ਦਾ ਲੜਕਾ ਵੀ ਆਪਣਾ ਬਲਦ ਲੈ ਕੇ ਆਇਆ ਸੀ। ਦੋਵੇਂ ਬਲਦ ਆਪਸ ਦੇ ਵਿੱਚ ਭਿੜ ਪਏ। ਤੇਲੀ ਦਾ ਬਲਦ ਜ਼ਿਆਦਾ ਬਲ ਵਾਲਾ ਸੀ। ਇਹਨੇ ਢੁੱਡ ਮਾਰ ਕੇ ਕਾਜੀ ਦੇ ਬਲਦ ਦੀ ਲੱਤ ਤੋੜ ਸੁੱਟੀ। ਤੇਲੀ ਬਹੁਤ ਘਬਰਾ ਗਿਆ ਅਤੇ ਭੱਜਾ ਕਾਜੀ ਦੇ ਪਾਸ ਚਲਾ ਗਿਆ। ਪਹਿਲਾਂ ਹੀ ਕਾਜੀ ਕੋਲ ਜਾ ਕੇ ਕਹਿਣ ਲੱਗਾ, ਹੇ ਕਾਜੀ ਸਾਹਿਬ, ਮੈਂ ਤੁਹਾਡੇ ਕੋਲ ਇੱਕ ਮਸਲਾ ਪੁੱਛਣਾ ਹੈ। ਕਹਿੰਦਾ, ਹਾਂ ਦੱਸ। ਕਹਿਣ ਲੱਗਾ ਵੀ ਜੇਕਰ ਦੋ ਬਲਦ ਆਪਸ ਵਿੱਚ ਭਿੜ ਪੈਣ ਤਾਂ ਇੱਕ ਦੀ ਲੱਤ ਟੁੱਟ ਜਾਏ ਤਾਂ ਉਹਦੇ ਉੱਪਰ ਕੀ ਮੁਕੱਦਮਾ ਹੋਏਗਾ? ਅੱਗੋਂ ਕਾਜੀ ਨੇ ਕਿਹਾ, ਪਸ਼ੂ ਕਿਹੜਾ ਕਿਸੇ ਦੇ ਸਿਖਾਏ ਹੁੰਦੇ ਨੇ? ਜੇ ਉਹ ਆਪਸ ਵਿੱਚ ਭਿੜ ਪਏ ਨੇ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ। ਇੰਨੇ ਚਿਰ ਨੂੰ ਕਾਜੀ ਦਾ ਲੜਕਾ ਆ ਗਿਆ। ਉਹਨੇ ਰੋਂਦੇ ਰੋਂਦੇ ਨੇ ਕਿਹਾ ਕਿ ਲੱਤ ਟੁੱਟਣ ਵਾਲਾ ਬਲਦ ਆਪਣਾ ਸੀ ਅਤੇ ਤੋੜਨ ਵਾਲਾ ਬਲਦ ਤੇਲੀ ਦਾ ਸੀ। ਤੇਲੀ ਇਹ ਗੱਲ ਸੁਣ ਕੇ ਵਾਪਸ ਜਾ ਰਿਹਾ ਸੀ। ਉਹਨੇ ਇਹ ਗੱਲ ਸੁਣ ਕੇ ਤੇਲੀ ਨੂੰ ਦੁਬਾਰਾ ਆਵਾਜ਼ ਮਾਰ ਕੇ ਬੁਲਾਇਆ, ਇੱਧਰ ਆ ਓਏ, ਕੀ ਕਹਿ ਰਿਹਾ ਸੀ, ਕੀ ਪੁੱਛ ਰਿਹਾ ਸੀ ਤੂੰ? ਮੇਰਾ ਧਿਆਨ ਹੋਰ ਪਾਸੇ ਸੀ। ਕਹਿਣ ਲੱਗਾ, ਜੀ ਤੁਹਾਨੂੰ ਹੁਣ ਪਤਾ ਚੱਲ ਹੀ ਗਿਆ। ਕਹਿੰਦਾ, ਹੇ ਤੇਲੀ, ਮੈਂ ਪਹਿਲਾਂ ਲਾਲ ਕਿਤਾਬ ਨੂੰ ਵੇਖੇ ਤੋਂ ਬਿਨਾਂ ਤੈਨੂੰ ਮਸਲਾ ਦੱਸ ਦਿੱਤਾ ਅਤੇ ਮੈਨੂੰ ਲਾਲ ਕਿਤਾਬ ਪਹਿਲਾਂ ਖੋਲ੍ਹ ਲੈਣ ਦੇ। ਉਸ ਵੇਲੇ ਕਾਜੀ ਨੇ ਇੱਕ ਲਾਲ ਰੰਗ ਦੀ ਕਿਤਾਬ ਫੜੀ ਅਤੇ 2-4 ਵਾਰ ਆਪਣੇ ਕੋਲੋਂ ਹੀ ਇੱਧਰ ਉੱਧਰ ਪੰਨਿਆਂ ਨੂੰ ਪਲਟਾ ਉਲਟਾ ਕੇ ਪਰਤ ਕੇ ਕਹਿਣ ਲੱਗਾ, ਲਾਲ ਕਿਤਾਬ ਬਖਾਨਿਓ, ਤੇਲੀ ਬਲਦ ਪੜ੍ਹਾਇਆ ਕਿਉਂ? ਖਲ ਖਵਾਏ ਕੀਆ ਮਸਟੰਡ, ਬੈਲ ਦਾ ਬੈਲ 50 ਰੁਪਈਏ ਡਨ। ਇਸ ਪ੍ਰਕਾਰ ਜੇ ਕੋਈ ਮਸਲਾ ਹੈ ਤਾਂ ਆਪਣੀ ਮਰਜ਼ੀ ਨਾਲ ਹੀ ਠੱਗੀ ਮਾਰਨ ਵਾਸਤੇ ਮਸਲਾ ਪੜ੍ਹ ਕੇ ਸੁਣਾ ਦਿੰਦੇ ਹਨ। ਲਿਖਿਆ ਲੁਖਿਆ ਕੁਛ ਨਹੀਂ ਹੁੰਦਾ ਅਤੇ ਪਰ ਜਿਸ ਤਰ੍ਹਾਂ ਦੀ ਆਪ ਨੂੰ ਲੋੜ ਹੁੰਦੀ ਹੈ ਉਸ ਤਰੀਕੇ ਦਾ ਮਸਲਾ ਕਹਿ ਕੇ ਸੁਣਾ ਦਿੰਦੇ ਵੀ ਇੰਨਾ ਜੁਰਮਾਨਾ ਭਰ। ਇਸ ਤਰ੍ਹਾਂ ਦੇ ਕਲਯੁਗ ਦੇ ਜੱਜ, ਨਿਆਂ ਕਰਨ ਵਾਲੇ ਵਕੀਲ ਆਦਿਕ, ਥਾਣੇਦਾਰ, ਮੋਹਤਬਾਰ, ਪੰਚ ਸਰਪੰਚ ਕੀ ਨੰਬਰਦਾਰ, ਸਭ ਇੱਕੋ ਹੀ ਮਹਿਕਮਾ ਹੈ। ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਰਿਸ਼ਵਤ ਚੱਲ ਰਹੀ ਹੈ। ਜਿਸ ਮੰਤਰੀ ਨੇ ਵੋਟਾਂ ਦੇ ਵਿੱਚ ਲੋਕਾਂ ਨੂੰ ਸ਼ਰਾਬ ਪਿਆ ਕੇ ਆਪਦੀ ਕੁਰਸੀ ਲਈ ਹੈ, ਉਹਨੇ ਉਹ ਪੈਸੇ ਤਹਿਸੀਲਦਾਰ ਬਣਨ ਵਾਲੇ ਕੋਲ ਕਰੋੜ ਤਾਂ ਲੈਣਾ ਹੀ ਲੈਣਾ, ਅਤੇ ਗਾਂ ਜਿਹਨੇ ਕਰੋੜ ਦੇ ਕੇ ਤਹਿਸੀਲਦਾਰੀ ਲਈ ਉਹਨੇ ਗਾਂ ਪਟਵਾਰੀ ਕੋਲੋਂ 10 ਲੱਖ ਲੈਣਾ। ਤੋ ਇਸ ਨੇ ਜਿਹਨੇ 10 ਲੱਖ ਦੇ ਕੇ ਪਟਵਾਰ ਪੁਣਾ ਲਿਆ ਉਹਨੇ ਨੰਬਰਦਾਰ ਕੋਲੋਂ 5 ਲੱਖ ਤਾਂ ਲੈਣਾ ਹੀ ਲੈਣਾ। ਜਿਹੜਾ ਨੰਬਰਦਾਰ 5 ਲੱਖ ਦੇ ਕੇ ਬਣਿਆ ਉਹਨੇ ਮੇਰੇ ਵਰਗੇ ਕੋਲੋਂ ਟੁੱਟੇ ਫੁੱਟੇ ਸੈਨ ਦੇ ਮੋਹਰ ਲਾਉਣ ਦੇ
1000 1500 2000 ਰੁਪਈਆ ਜਾਂ ਰਜਿਸਟਰੀ ਕਰਾਉਣ ਦਾ ਪੱਕਾ 10000 ਰੁਪਈਆ ਰੇਟ ਰੱਖਿਆ ਹੋਇਆ। ਇਹ ਕੁਛ ਤਾਂ ਹੀ ਹੋ ਰਿਹਾ ਵੀ ਉਹਨਾਂ ਆਪ ਦਾ ਘਰ ਪੂਰਾ ਕਰਨਾ। 2-4 ਸਾਲ 5 ਸਾਲ ਤਾਂ ਹੁੰਦੇ ਨੇ, ਤੇ ਜਿਹੜਾ ਖਰਚਾ ਹੋਇਆ ਉਹ ਪੂਰਾ ਵੀ ਤਾਂ ਕਰਨਾ ਹੀ ਹੈ। ਤੇ ਇਸ ਵਾਸਤੇ ਇਹ ਕਲਯੁਗ ਦੇ ਲੱਛਣ ਹਨ। ਤੁਰ ਕਾ ਮੰਤਰ ਕਨ ਹਿਰਦੈ ਸਮਾਹੇ। ਆ MBBS ਦੀ ਸੀਟ ਕਰੋੜ ਰੁਪਈਏ ਦੀ ਵਿਕਦੀ ਹੈ, ਤੇ ਜੇ ਕਿਸੇ ਮੈਂਬਰ ਦੀ ਸਿਫਾਰਿਸ਼ 'ਤੇ ਵੀ ਲਈ ਜਾਏ ਤਾਂ 50 ਲੱਖ ਦਾ ਉਹਦੀ ਡੋਨੇਸ਼ਨ ਹੈ, ਕਿਉਂਕਿ ਉਹਨੇ ਵੀ ਤਾਂ ਖਿਲਾਫ ਲਾ ਕੇ ਮੈਂਬਰੀ ਲਈ ਹੋਈ ਹੈ। ਤੋ ਸਭਨਾਂ ਨੂੰ ਵੰਡਣਾ ਵਰਤਾਉਣਾ ਜੋ ਹੋਇਆ। ਤੋ ਜਿਹੜਾ ਕਰੋੜ ਰੁਪਈਆ ਦੇ ਕੇ MBBS ਡਾਕਟਰ ਬਣਿਆ, ਉਹ ਲੋਕਾਂ ਵਿੱਚ ਆ ਕੇ ਕੀ ਭਲੀ ਗੁਜ਼ਾਰੇਗਾ? ਉਹ ਤਾਂ ਗਰੀਬਾਂ ਨੂੰ ਚੁੱਕ ਕੇ ਗਲਤ ਟੀਕੇ ਲਾ ਕੇ ਗੁਰਦੇ ਕੱਢ ਕੇ ਵੇਚ ਕੇ ਆਪਦੇ ਪੈਸੇ ਪੂਰੇ ਕਰੂਗਾ। ਤੇ ਇਸ ਵਾਸਤੇ ਸਭ ਕੁਛ ਹਰ ਥਾਂ ਰਿਸ਼ਵਤਖੋਰੀ ਚੱਲ ਰਹੀ ਹੈ। ਤੁਰਕਾਂ ਦਾ ਮੰਤਰ ਕੰਨਾਂ ਦੁਆਰਾ ਸੁਣ ਕੇ ਹਿੰਦੂ ਆਗੂਆਂ ਦੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਸਮਾ ਜਾਏਗਾ। ਭਾਵ ਤੁਰਕ ਮੰਤਰ ਕਨ ਹਿਰਦੈ ਸਮਾਹੇ। ਹਿੰਦੂ ਆਗੂਆਂ ਦਾ ਤੁਰਕਾਂ ਵਰਗਾ ਪਹਿਰਾਵਾ ਹੋਏਗਾ, ਤੁਰਕਾਂ ਵਾਲੀ ਕਰਤੂਤ ਤੇ ਉਹੀ ਸੁਭਾਅ ਹੋ ਜਾਏਗਾ। ਅਰਥਾਤ ਕੋਈ ਵੀ ਹਿੰਦੂ ਫਾਰਸੀ ਪੜ੍ਹਨ ਲੱਗਦਾ ਹੈ ਤਾਂ ਤੁਰਕ ਕਲਮਾ ਉਹਦੇ ਕੰਨ ਵਿੱਚ ਪਹਿਲਾਂ ਹੀ ਸੁਣਾਉਂਦਾ ਹੈ। ਕੰਨਾਂ ਦੁਆਰਾ ਸਰਵਣ ਕੀਤਾ ਹੋਇਆ ਉਹੀ ਮੰਤਰ ਹਿਰਦੇ ਵਿੱਚ ਸਮਾਉਂਦਾ ਹੈ। ਮੁਸਲਮਾਨੀ ਹਕੂਮਤ ਸਮੇਂ ਦਾਈਆਂ ਮੁਸਲਮਾਨ ਹੀ ਨੀਅਤ ਕੀਤੀਆਂ ਜਾਂਦੀਆਂ ਸਨ। ਇੱਕ ਵੇਸਵਾਵਾਂ ਤੇ ਇੱਕ ਦਾਈਆਂ, ਇਹ ਦੋਵੇਂ ਮੁਸਲਮਾਨਣੀਆਂ ਹੁੰਦੀਆਂ ਸਨ ਵੀ ਬਿਨਾਂ ਹੀ ਬਣਾਉਣ ਤੋਂ, ਬਿਨਾਂ ਹੀ ਕੁਛ ਕਰਨ ਤੋਂ ਬੰਦੇ ਆਪਦੇ ਆਪ ਹੀ ਮੁਸਲਮਾਨ ਬਣੀ ਜਾਣ। ਜਿਸ ਦਾਈ ਨੇ ਬੱਚੇ ਨੂੰ ਜਨਮ ਦਿੱਤਾ ਹੈ, ਉਹ ਬੱਚੇ ਦੇ ਜਨਮ ਸਮੇਂ ਹੀ ਉਹਦੇ ਕੰਨ ਵਿੱਚ ਮੁਸਲਮਾਨੀ ਧਰਮ ਦਾ ਪ੍ਰਭਾਵ ਪਾਉਣ ਲਈ ਕਲਮਾ ਪੜ੍ਹ ਕੇ ਸੁਣਾ ਦਿਆ ਕਰਦੀਆਂ ਸਨ। ਅਤੇ ਵੇਸਵਾਵਾਂ ਸਭ ਮੁਸਲਮਾਨੀਆਂ, ਉਹਨਾਂ ਦੀ ਸੰਗਤ ਕਰਕੇ ਸਭਨਾਂ ਦਾ ਧਰਮ ਬਰਬਾਦ। ਇਸ ਤਰ੍ਹਾਂ ਜੋ ਬੱਚੇ ਨੇ ਸੁਣਿਆ ਹੈ ਤਾਂ ਜਿਸ ਨੇ ਜਿਸ ਦਾ ਸੰਗ ਕੀਤਾ ਉਹੀ ਉਹਦੇ ਦਿਲ 'ਚ ਜਾ ਕੇ ਸਮਾਊਗਾ। ਤੋ ਇਉਂ ਬੱਚਾ ਵੱਡਾ ਹੋ ਕੇ ਤੁਰਕ ਬਣ ਜਾਂਦਾ ਸੀ, ਅਤੇ ਵੱਡੇ ਹੋ ਕੇ ਜੋ ਕਰਮ ਕਰਦੇ ਅਤੇ ਉਹਦਾ ਕਾਹਦਾ ਧਰਮ ਰਿਹਾ ਹੈ, ਜਿਹਨੇ ਆਪਦੇ ਨਿਯਮ ਨੂੰ ਹੀ ਛੱਡ ਦਿੱਤਾ। ਇਸ ਤਰ੍ਹਾਂ ਇਹ ਕਲਯੁਗ ਦੇ ਲੱਛਣ ਹਨ। ਲੋਕ ਮਹਾਵੈ ਚਾੜੀ ਖਾਹੇ। ਫਿਰ ਤੁਰਕਾਂ ਕੋਲ ਚਾੜੀ ਚੁਗਲੀ ਖਾ ਕੇ, ਭਾਵ ਲਗਾ ਕੇ ਲੋਕਾਂ ਦੇ ਧਨ ਨੂੰ ਲੁਟਾਇਆ ਕਰਨਗੇ। ਚੁਗਲੀ ਵਾਲਾ ਬੰਦਾ ਪ੍ਰਧਾਨ ਮੰਨਿਆ ਜਾਂਦਾ ਹੈ, ਉਹਦਾ ਹਰੇਕ ਮਹਿਕਮੇ ਵਿੱਚ ਸਤਿਕਾਰ ਕੀਤਾ ਜਾਂਦਾ, ਕਿਉਂਕਿ ਕੁਰਸੀਆਂ ਚੱਲਦੀਆਂ ਹੀ ਚੁਗਲਖੋਰਾਂ ਦੇ ਆਸਰੇ ਨੇ। ਜਿੰਨਾ ਵੱਧ ਕੋਈ ਚੁਗਲੀ ਮਾਰੇਗਾ ਓਨਾ ਹੀ ਉਹ ਵੱਡਾ ਅਹੁਦੇਦਾਰ ਹੋਵੇਗਾ ਔਰ ਖੁਸ਼ਹਾਲ ਹੋਵੇਗਾ, ਇਨਾਮ ਪ੍ਰਾਪਤ ਕਰੇਗਾ। ਇਉਂ ਚੁਗਲੀ ਪ੍ਰਧਾਨ ਹੈ। ਤੁਰਕਾਂ ਕੋਲ ਚੁਗਲੀ ਲਗਾ ਕੇ ਲੋਕਾਂ ਦੇ ਧਨ ਨੂੰ ਲੁਟਾਇਆ ਕਰਨਗੇ। ਸ਼ਹੀਦ ਬਾਬਾ ਤਾਰੂ ਸਿੰਘ ਸਾਹਿਬ ਜੀ, ਉਹਦੀ ਚੁਗਲੀ ਵੀ ਇਹ ਸਿੱਖ ਹੈ, ਸਿੱਖਾਂ ਨੂੰ ਜੰਗਲ ਵਿੱਚ ਜਾ ਕੇ ਰੋਟੀਆਂ ਖਿਲਾਉਂਦਾ ਹੈ। ਉਹ ਹਰ ਭਗਤ ਜੰਡਿਆਲੇ ਵਾਲੇ ਨੇ ਚੁਗਲੀ ਮਾਰੀ ਸੀਗੀ। ਇਉਂ ਬੜੇ ਲੋਕ ਇਸ ਤਰ੍ਹਾਂ ਦੇ ਹੋ ਗੁਜ਼ਰੇ ਨੇ ਜੋ ਚੁਗਲੀਆਂ ਕਰ ਕਰਕੇ ਅਤੇ ਅਨੇਕਾਂ ਦਾ ਹੀ ਨੁਕਸਾਨ ਕਰਦੇ ਅਤੇ ਪਿੱਛੇ ਕੀਤਾ। ਇਉਂ ਕਲਯੁਗ ਦੇ ਲੱਛਣ ਹਨ। ਚੌਂਕਾਂ ਦੇ ਕੈ ਸੁੱਚਾ ਹੋਏ। ਜੋ ਚੌਂਕਾ ਦੇ ਕੇ ਪਵਿੱਤਰ ਹੋਣ ਵਾਲਾ ਹੈ, ਐਸਾ ਹਿੰਦੂ ਵੇਖਾ ਕੋਈ। ਅਜਿਹਾ ਹਿੰਦੂ ਕੋਈ ਵੇਖਣਾ ਕਰੋਗੇ। ਭਾਵ ਹਿੰਦੂਆਂ ਦੇ ਆਗੂ ਲੋਕ ਤੁਰਕਾਂ ਵਾਂਗ ਹੀ ਹੋ ਜਾਣਗੇ। ਅਰਥਾਤ ਅਜਿਹਾ ਕੋਈ ਹੀ ਹਿੰਦੂ ਹੋਵੇਗਾ ਜੋ ਚੌਂਕਾ ਦਿੰਦਾ ਹੋਵੇ ਅਤੇ ਫਿਰ ਸੁੱਚਾ ਹੋਵੇ। ਭਾਵ ਚੌਂਕਾ ਦੇਣ ਵਾਲੇ ਹਿੰਦੂ ਖਾਸ ਕਰਕੇ ਭ੍ਰਿਸ਼ਟੇ ਜਾਣਗੇ। ਜੋਗੀ ਗਿਰਹੀ ਜਟਾ ਵਿਭੂਤਾ। ਕਲਯੁਗ ਦੇ ਜੋਗੀ ਗ੍ਰਸਤੀ ਹੋਇਆ ਕਰਨਗੇ ਔਰ ਸਿਰ ਦੇ ਉੱਪਰ ਜਟਾਵਾਂ ਰੱਖੀਆਂ ਹੋਇਆ
ਕਰਨਗੀਆਂ। ਆਗੇ ਪਾਛੈ ਰੂਵਹ ਭੂਤ, ਅਤੇ ਸਰੀਰ ਦੇ ਉੱਪਰ ਵਿਭੂਤ ਸਵਾਹ ਮਲੀ ਹੋਇਆ ਕਰੇਗੀ। ਅੱਗੇ ਪਿੱਛੇ ਪੁੱਤਰ ਬੱਚੇ ਉਹਨਾਂ ਦੇ ਰੋਂਦੇ ਫਿਰਿਆ ਕਰਨਗੇ। ਇਸ ਤਰ੍ਹਾਂ ਦੇ ਜੋਗੀ ਗ੍ਰਸਤੀ ਬਾਬੇ ਹੋਣਗੇ ਕਲਯੁਗੀ। ਸੋ ਇੱਥੇ ਤਾਂ ਬੱਚਿਆਂ ਦੀ ਵੈਸੀ ਗੱਲ ਲਿਖੀ ਹੈ, ਅਤੇ ਪਰ ਉਹ ਜਿਹੜਾ ਪਹਿਲੀ ਉਮਰ ਦੇ ਵਿੱਚ ਨਿਯਮ ਨਿਭ ਜਾਣਾ ਗ੍ਰਸਤ ਬਣੇ ਦਾ, ਉਹ ਗੱਲ ਕੁਝ ਹੋਰ ਹੁੰਦੀ ਹੈ। ਪਰ ਜੋ ਮਸ਼ਹੂਰੀ ਕਰਾ ਕੇ ਆਪਦੇ ਆਪ ਨੂੰ ਡੀਂਗਾ ਮਾਰ ਮਾਰ ਕੇ ਕਿ ਮੈਂ ਇੰਝ ਮੈਂ ਉਂਝ, ਦੁਬਾਰ ਤੋਂ ਫਿਰ ਚਰਖਾ ਛੇੜਨਾ ਅਤੇ ਆਪਦੇ ਮਤਲਬ ਨਾਲ, ਆਪਦੀ ਪਸੰਦ ਦੇ ਨਾਲ, ਆਪਦੀ ਮਰਜ਼ੀ ਦੇ ਨਾਲ, ਅਤੇ ਕਿਸੇ ਨੂੰ ਆਪਦੇ ਪ੍ਰਭਾਵ ਹੇਠ ਲਿਆ ਕੇ ਇਹ ਗ੍ਰਸਤਪੁਣਾ ਸਹੇੜਨਾ, ਅਤੇ ਪਿਛਲੀ ਉਮਰ ਦੇ ਵਿੱਚ ਉਹ ਨਿੰਦਿਆਯੋਗ ਹੈ। ਇੰਝ ਸੋ ਪਹਿਲਾਂ ਤਾਂ ਕਹਿੰਦਾ ਮੈਂ ਜੋਗੀ ਬਣ ਗਿਆ, ਮੈਂ ਸਾਧ ਬਣ ਗਿਆ, ਕਈ ਗੁਰੂ ਅਖਵਾ ਕੇ ਵੀ ਵੇਖੋ। ਸੋ ਉੱਪਰੋਂ ਕਹਿੰਦੇ ਨੇ ਕਿ ਆਪਾਂ ਬੇਹੰਗਮ ਆ ਅਤੇ ਦੂਸਰਿਆਂ ਦੇ ਜੀਵਨ ਨੂੰ ਵਿਗਾੜਨ ਵਿੱਚ ਲੱਗੇ ਹੋਏ ਹਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਨੇ ਆਪਦੇ ਜੋਗ ਦੀ ਜੁਗਤੀ ਨੂੰ ਗਵਾ ਲਿਆ ਹੈ। ਕੋਈ ਜਟਾਧਾਰੀ, ਕੋਈ ਜੋਗੀ, ਕੋਈ ਸਵਾਹ ਮਿਲਿਆ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਪਹਿਲੀ ਗੱਲ ਤਾਂ ਤੂੰ ਵਿਆਹ ਕਰਾ ਅਤੇ ਆਪਦੇ ਘਰ ਬੈਠ, ਅਤੇ ਪਰ ਜੇ ਤੂੰ ਨਿੰਦਿਆ ਕਰਕੇ ਅਤੇ ਸਾਧ ਬਣ ਗਿਆ ਹੈ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਜੇ ਗ੍ਰਸਤੀਆਂ ਹੋਈਆਂ ਤਾਂ ਧਰਮੀ ਬਣ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਬਣਾਏ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਭਾਗ। ਜੇ ਵੈਰਾਗੀ ਬਣ ਗਏ ਫਿਰ ਬੰਧਨਾਂ 'ਚ ਪੈ ਗਿਆ, ਉਹਦੇ ਵਰਗਾ ਖੋਟੇ ਭਾਗਾਂ ਵਾਲਾ ਕੋਈ ਨਹੀਂ। ਇਉਂ ਸੋ ਸਰੀਰ 'ਤੇ ਸਵਾਹ ਮਲੀ ਹੋਇਆ ਕਰੂਗੀ, ਅਤੇ ਪਿੱਛੇ ਅਤੇ ਅੱਗੇ ਕਿੰਨੇ ਕਿੰਨੇ ਨਿਆਣੇ ਹੋਇਆ ਕਰਨਗੇ। ਇਹ ਕਲਯੁਗ ਦੇ ਲੱਛਣ ਹਨ। ਜਿਵੇਂ ਜਿਹੜਾ ਵਿਸ਼ਵਾਮਿੱਤਰ ਸੀਗਾ, ਉਹਦਾ ਨਾਂ ਹੀ ਵਿਸ਼ਵਾਮਿੱਤਰ ਤਾਂ ਪਿਆ। ਵਿਸ਼ਵਾਮਿੱਤਰ ਦਾ ਮਤਲਬ ਵੇਸਵਾ ਦਾ ਮਿੱਤਰ। ਉਹਨੇ ਵੇਸਵਾ ਨੂੰ ਆਪ ਦਾ ਮਿੱਤਰ ਬਣਾ ਲਿਆ, ਅਤੇ ਚੰਗਾ ਭਲਾ ਵਿਦਵਾਨ ਸੀਗਾ, ਪ੍ਰਚਾਰਕ ਸੀਗਾ, ਪਰ ਵੇਸ਼ਵਾ ਨੂੰ ਮਿੱਤਰ ਬਣਾਉਣ ਕਰਕੇ ਉਹਦਾ ਜੀਵਨ ਖਤਮ ਹੋ ਗਿਆ। ਤੋ ਇਸ ਲਈ ਜਿਹੜਾ ਆਪਾਂ ਸਰਿੰਗੀ ਰਿਖੀ ਅਤੇ ਸੌਰਭ ਰਿਖੀ ਵਰਗੇ, ਜਿਨ੍ਹਾਂ ਕਿਤੇ ਇਸਤਰੀ ਜਾਤ ਨੂੰ ਦੇਖਿਆ ਤੱਕ ਨਹੀਂ ਸੀ, ਇੱਕ ਵਾਰ ਬੜੀ ਔੜ ਲੱਗੀ ਅਤੇ ਰਾਜੇ ਨੇ ਜੋਸ਼ੀਆਂ ਨੂੰ ਪੁੱਛਿਆ ਕਿ ਮੀਂਹ ਕਿਵੇਂ ਪਏਗਾ। ਉਹਨਾਂ ਕਿਹਾ ਵੀ ਜਿਹੜਾ ਸਰਿੰਗੀ ਰਿਖੀ ਹੈ ਨਾ, ਸਰਿੰਗੀ ਰਿਖੀ, ਉਹ ਬੜਾ ਬ੍ਰਗਤ ਬ੍ਰਹਮ ਗਿਆਨੀ ਹੈ। ਜੋ ਉਹ ਚਰਨ ਪਾ ਦੇ ਤੁਹਾਡੇ ਦੇਸ਼ ਵਿੱਚ ਆ ਕੇ, ਉਹਦੇ ਚਰਨ ਪੈਣ ਤੋਂ ਹੀ ਮੀਂਹ ਪੈ ਜਾਏਗਾ। ਰਾਜੇ ਨੇ ਬੜੇ ਬੰਦੇ ਭੇਜੇ, ਆ ਵੀ ਗਿਆ, ਕਹਿਣ ਲੱਗਾ ਜਾ ਜਾਓ ਆਪਦਾ ਕੰਮ ਕਰੋ। ਮੇਰਾ ਸ਼ਹਿਰ 'ਚ ਜਾਣ ਦਾ ਮਤਲਬ ਕੀ ਹੋਇਆ, ਤੁਸੀਂ ਦੱਸੋ। ਜਵਾਬ ਦੇ ਦਿੱਤਾ। ਅਤੇ ਇੱਕ ਬੀਬੀ ਸੀ ਬੜੀ ਸਿਆਣੀ, ਬੜੀ ਚੁਸਤ, ਬੜੀ ਚਲਾਕ, ਅਤੇ ਹੈ ਸੀ ਉਹ ਵੇਸਵਾ ਕਰਮੀ। ਕਹਿਣ ਲੱਗੀ ਰਾਜਨ, ਮੇਰਾ ਤਾਂ ਕੰਮ ਹੀ ਹੈ ਪੈਸੇ ਲੈ ਕੇ ਕੰਮ ਕਰਨਾ, ਤੁਸੀਂ ਮੈਨੂੰ ਪੈਸੇ ਦਿਓ, ਮੈਂ ਤੁਹਾਡਾ ਇਹ ਕੰਮ ਬੜਾ ਸੌਖਾ ਕਰ ਦਿਆਂਗੀ। ਉਹ ਸਾਧ ਭੱਜਾ ਹੋਵੇਗਾ ਸ਼ਹਿਰ ਨੂੰ, ਬਿਨਾਂ ਹੀ ਤੁਹਾਡੇ ਬੁਲਾਉਣ ਤੋਂ। ਜਾ ਕੇ ਸਭ ਤੋਂ ਪਹਿਲਾਂ ਉਹਨੇ ਵੇਦਾਂ ਦੀਆਂ ਰਿਚਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਬੜੀ ਸੁਰੀਲੀ ਆਵਾਜ਼ ਵਿੱਚ। ਇਹ ਮੰਤਰ ਮੁਗਧ ਹੋ ਗਿਆ। ਪਹਿਲੇ ਦਿਨ ਤਾਂ ਦਿਖੀ ਨਹੀਂ, ਲੱਭਦਾ ਰਿਹਾ। ਇਉਂ 2-4 ਦਿਨ ਜਦ ਸੁਣਨ ਦਾ ਆਦੀ ਹੋ ਗਿਆ, ਇਹ ਸਾਹਮਣੇ ਚਲੀ ਗਈ। ਇਹਨੂੰ ਪਹਿਚਾਣ ਨਹੀਂ ਸੀ। ਪੁੱਛਿਆ ਵੀ ਤੂੰ ਕੌਣ ਹੈ? ਕਹਿੰਦੇ ਮੈਂ ਤਾਂ ਸਵਰਗਾਂ ਤੋਂ ਆਈ ਹਾਂ।
ਤੇ ਇਸ ਵਾਸਤੇ ਉਹਨੇ ਸੋਚਿਆ ਵੀ ਇਹ ਦੇਵੀ ਦੇਵਤੇ ਨੇ, ਭੁਲੇਖੇ 'ਚ ਪਾ ਕੇ ਤੇ ਹੌਲੀ ਹੌਲੀ ਪਹਿਲਾਂ ਦੂਰ ਫਿਰ ਹੌਲੀ ਹੌਲੀ ਨੇੜੇ ਕਰਦਿਆਂ ਕਰਾਉਂਦਿਆਂ ਉਹਨੇ ਆਪਦੇ ਪ੍ਰਭਾਵ 'ਚ ਲਿਆ ਕੇ ਉਹਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ। ਲਾਗੇ ਹੀ ਸਭ ਆਸਣ ਲੱਗ ਗਿਆ ਤੇ ਇੰਜ ਕਰਦਿਆਂ ਕਰਾਉਂਦਿਆਂ ਕਾਫੀ ਨਿਆਣੇ ਬੱਚੇ ਹੋ ਗਏ। ਤੇ ਕੋਈ ਮੋਢੇ 'ਤੇ, ਕੋਈ ਅੱਗੇ, ਕੋਈ ਪਿੱਛੇ, ਕੋਈ ਸੱਜੇ, ਕੋਈ ਖੱਬੇ, ਤੇ ਆਪ ਹੱਥ ਦੇ ਵਿੱਚ ਛਟੀ ਜਿਹੀ ਡੰਡਾ ਛੋਟਾ ਜਿਹਾ ਪੜ ਲਿਆ ਤੇ ਸਾਧ ਨੂੰ ਅੱਗੇ ਲਾ ਲਿਆ। ਜਿਸ ਵਕਤ ਸ਼ਹਿਰ 'ਚ ਆਇਆ ਕਹਿਣ ਲੱਗੀ, ਵੇਖ ਲਓ ਰਾਜਨ, ਇਹੀ ਸਾਧ ਕਹਿੰਦੇ ਨੇ ਜੋਗੀ ਗਿਰਹੀ ਜਟਾ ਵਿਭੂਤ। ਬੜੇ ਬੜੇ ਜੋਗੀ ਤੇ ਬੜੇ ਬੜੇ ਜਟਾਵਾਂ ਵਾਲੇ, ਬੜੀ ਬੜੀ ਵਿਭੂਤੀ ਸਵਾਹ ਮਲੇ ਹੋਏ ਸਰਿੰਗੀ ਰਿਖੀ ਵਰਗੇ ਜਿਹੜੇ ਬੜੇ ਬੜੇ ਵੱਡੇ ਸਾਧ ਸਨ, ਜਿਨ੍ਹਾਂ ਕਦੀ ਇਸਤਰੀ ਜਾਤ ਨੂੰ ਦੇਖਿਆ ਤੱਕ ਨਹੀਂ। ਸ਼ਹਿਰ ਵਿੱਚ ਆਉਣਾ ਤਾਂ ਕੀ ਸੋਚਿਆ ਵੀ ਨਹੀਂ। ਵੇਸਵਾ ਨੇ ਹੱਥ ਵਿੱਚ ਡੰਡਾ ਪਕੜ ਕੇ ਨਿਆਣੀਆਂ ਸਮੇਤ ਸ਼ਹਿਰ ਦੇ ਵਿੱਚ ਚਰਨ ਪਾ ਕੇ ਤੇ ਮੀਂਹ ਪਵਾਤਾ। ਪਤਾ ਲੱਗਣ ਤੋਂ ਸਭ ਕੁਝ ਹੀ ਸੁੱਟ ਕੇ ਦੁਬਾਰ ਤੋਂ ਫਿਰ ਨੂੰ ਜੰਗਲ ਨੂੰ ਚਲਾ ਗਿਆ। ਇਹ ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ। ਜਿਹੜਾ ਗੋਰਖ ਦਾ ਗੁਰੂ ਮਛੰਦਰ ਨਾਥ ਹੋਇਆ, ਇਹ 10ਵੇਂ ਦਵਾਰ ਵਿੱਚ ਸਮਾਧੀ ਲਾ ਕੇ ਤੇ ਸੰਗਲਾ ਦੀਪ ਦੇ ਵਿੱਚ ਨਾਚ ਵੇਖਦਾ ਹੁੰਦਾ ਸੀਗਾ। ਜੋ ਪਦਮਨੀ ਜਾਤ ਦੀਆਂ ਇਸਤਰੀਆਂ, ਉਹਨਾਂ 'ਚ ਧਿਆਨ ਚਲਾ ਗਿਆ। ਪਤਾ ਲੱਗਾ ਕਿ ਅਮਰੂ ਦੇ ਜਿਹੜਾ ਅਮਰੂ ਰਾਜਾ ਸੰਗਲਾ ਦੀਪ ਦਾ, ਉਹ ਚੜ੍ਹਾਈ ਕਰ ਗਿਆ, ਉਹਦੀ ਦੇਹ ਸੁੰਨੀ ਹੋ ਗਈ ਜੀਵ ਆਤਮਾ ਤੋਂ ਬਗੈਰ। ਇਹਨੇ ਆਪਦੇ ਜਿਹੜੇ ਸਵਾਸ ਸੀ 10ਵੇਂ ਦਵਾਰ ਚੜ੍ਹਾਏ ਤੇ ਵਿੱਚੋਂ ਆਪਦੀ ਰੂਹ ਕੱਢ ਕੇ ਉਹ ਅਮਰੂ 'ਚ ਪਾਤੀ ਤੇ ਕਿੰਨੇ ਸਾਲ ਉੱਥੇ ਰਾਣੀਆਂ ਦੇ ਸੁੱਖ ਭੋਗਦਾ ਰਿਹਾ। ਫਿਰ ਬਾਲ ਗੁੰਦਾਈ ਨੇ ਆ ਕੇ ਗੋਰਖ ਨੂੰ ਤਾਨਾ ਮਾਰਿਆ ਵੀ ਤੂੰ ਵੱਡਾ ਜੋਗੀ ਬਣਿਆ ਫਿਰਦਾ, ਤੇਰੇ ਗੁਰੂ ਦਾ ਪਤਾ ਕੀ ਹਾਲ ਹੈ। ਜਦ ਸਾਰੀ ਗੱਲ ਦੱਸੀ ਤਾਂ ਫਿਰ ਮੁੰਦਰਾਂ ਵਾਲੇ ਕੰਨ ਢੱਕ ਕੇ ਭੇਸ ਬਦਲਾ ਕੇ ਸੰਗਲਾ ਦੀਪ ਗਿਆ। ਉਹਦੇ ਦਰਬਾਰ ਵਿੱਚ ਜੋੜੀ ਵਾਲੇ ਉਸਤਾਦ ਕੋਲੋਂ ਜੋੜੀ ਸਿੱਖ ਕੇ ਤੇ ਬੇਨਤੀ ਕਰਕੇ ਇੱਕ ਵਾਰ ਨਾਲ ਜਾ ਕੇ ਤੇ ਜੋੜੀ ਵਜਾਉਂਦਿਆਂ ਹੋਇਆਂ ਛਾਪ ਲਾ ਕੇ ਵਿੱਚੋਂ ਬੋਲ ਕੱਢੇ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਇਹਨੂੰ ਉਹਦੀ ਮੁਰਦਾ ਦੇਹ ਵਿੱਚੋਂ ਕੱਢ ਕੇ ਇਹਦੀ ਆਪਦੀ ਦੇਹ 'ਚ ਮੈਨੂੰ ਪਾਇਆ। ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਲਿਆਇਆ ਤਾਂ ਸਾਹਿਬਾਂ ਨੇ ਉਪਦੇਸ਼ ਦਿੱਤਾ, ਸੁਨ ਮਛੰਦਰਾ ਨਾਨਕ ਬੋਲੇ, ਵਸਗਤ ਪੰਜ ਕਰੀ ਨੇ ਡੋਲੇ। ਇੰਜ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜੋਗੀ ਜੋਗੀ ਗਿਰਹੀ ਜਟਾ ਵਿਭੂਤ। ਕਲਯੁਗ ਦੇ ਜੋਗੀ ਗ੍ਰਸਤੀ ਹੋਇਆ ਕਰਨਗੇ, ਸਿਰ ਤੇ ਜੜਾਵਾਂ ਰੱਖੀਆਂ ਹੋਣਗੀਆਂ,
ਸਰੀਰ ਤੇ ਸਵਾਹ ਮਲੀ ਹੋਇਆ ਕਰੇਗੀ ਤੇ ਪਰ ਅੱਗੇ ਪਾਛੈ ਰੋਵੈ ਪੂਤਾ। ਅੱਗੇ ਪਿੱਛੇ ਉਹਨਾਂ ਦੇ ਪੁੱਤਰ ਬੱਚੇ ਬੱਚੀਆਂ ਰੋਂਦੇ ਫਿਰਿਆ ਕਰਨਗੇ। ਜੋਗ ਨ ਪਾਇਆ ਜੁਗਤ ਗਵਾਈ। ਪਰਮੇਸ਼ਰ ਵਿੱਚ ਜੁੜਨਾ ਨਹੀਂ ਪਾਉਣਗੇ, ਇਉਂ ਜੋਗ ਦੀ ਜੁਗਤੀ ਵੀ ਗਵਾ ਲੈਣਗੇ। ਕਿਤ ਕਾਰਣ ਸਿਰ ਛਾਈ ਪਾਈ। ਆਦਿ ਵਾਸਤੇ ਉਹਨਾਂ ਜੋਗੀ ਬਣ ਕੇ ਸਿਰ 'ਚ ਸਵਾਹ ਪਾਈ, ਪਾਉ ਉਹਨਾਂ ਦੀ ਸਿਰ ਵਿੱਚ ਸਵਾਹ ਪਾਈ, ਕਿਸੇ ਅਰਥ ਨਹੀਂ, ਉਹਨਾਂ ਦੇ ਯੋਗ ਨਿਸਫਲ ਹੀ ਹੈ। ਨਾਨਕ ਕਲ ਕਾਇਓ ਪਰਵਾਣ। ਅੱਜ ਦਾ ਪ੍ਰਕਰਨੀ ਹੁਣ ਕਲਯੁਗ ਦਾ। ਮਹਾਰਾਜ ਨੇ ਬਚਨ ਸਹੀ ਆਖਿਆ। ਸੱਚ ਨੂੰ ਤਾਂ ਹੁਣ ਸੱਚ ਕਹਿਣਾ ਪਏਗਾ, ਮੰਨਣਾ ਪਏਗਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਨੇ ਕਿ ਕਲਯੁਗ ਦਾ ਇਹ ਕਰਮ ਪ੍ਰਵਾਨ ਹੋ ਰਿਹਾ। ਜੋ ਉਪਰੋਕਤ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਇਹ ਪ੍ਰਮਾਣਿਕ ਹੋ ਜਾਣਗੀਆਂ, ਜਾਂ ਕਲਯੁਗ ਦਾ ਇਹ ਪ੍ਰਵਾਨਾ ਭਾਵ ਨਿਸ਼ਾਨੀ ਹੈ। ਕਿਤੇ ਦੇਸ ਨਾ ਆਇਆ ਸੁਣੀਐ, ਕਿਤੇ ਦੇਸ ਨਾ ਬੈਠਾ। ਦਾਤਾ ਦਾਨ ਕਰੇ ਨੀ ਸੀਜੈ, ਤਪ ਕਰ ਤਪ ਨਾ ਹੋਈ। ਜੇ ਕੋ ਲੈ ਨਾਉ ਲਏ ਬੰਦਨਾ ਵੀ ਕਲਕੀ ਲਖਣੀ। ਕਲਯੁਗ ਦੇ ਸਿਰ ਦੇ ਸਿੰਘ ਨਹੀਂ ਵੀ ਕੋਈ ਦੈਂਤ ਸਾਨੂੰ ਟੁੱਡ ਮਾਰਨ ਆਊਗਾ। ਕਲਯੁਗ ਬੰਦਿਆਂ ਦੇ ਸੁਭਾਅ ਬਦਲਣ ਦਾ ਨਾਮ ਹੀ ਹੈ। ਚੰਗੇ ਭਲੇ ਬੰਦੇ ਰਿਸ਼ਵਤਖੋਰ ਹੋ ਜਾਣਗੇ, ਚੰਗੇ ਭਲੇ ਝੂਠ ਮਾਰੀ ਜਾਣਗੇ। ਤੋ ਸਕੇ ਮਾਂ ਪਿਓ ਦੇ ਭੈਣ ਭਰਾਵਾਂ ਦੇ ਆਪਸ 'ਚ ਵੈਰੀ ਬਣ ਜਾਣਗੇ। ਜਿਹੜੇ ਝੂਠੇ ਬੰਦੇ ਨੇ ਉਹ ਸਾਡੀ ਲੜਾਈ ਦਾ ਬੈਨੀਫਿਟ ਲੈਂਦੇ ਨੇ। ਜੇ ਝਗੜਾ ਨਾ ਹੋਵੇ, ਸਾਡੇ ਨਾਲ ਗੁੱਜਰ ਹੀ ਚੰਗੇ ਨੇ। ਗੁੱਜਰ ਉਹ ਕਦੀ ਕੋਰਟ ਕਚਹਿਰੀ ਨਹੀਂ ਜਾਂਦੇ, ਆਪਸ ਹੀ ਉਹਨਾਂ ਨੇ ਪੰਚਾਇਤ ਬਣਾਈ ਹੁੰਦੀ ਹੈ, ਬਹਿ ਕੇ ਫੈਸਲਾ ਕਰ ਲੈਂਦੇ ਨੇ। ਤੋ ਅਸੀਂ ਜਿੰਨਾ ਪੈਸਾ ਵਕੀਲਾਂ ਨੂੰ, ਜੱਜਾਂ ਨੂੰ ਕਚਹਿਰੀਆਂ ਵਿੱਚ ਬਰਬਾਦ ਕਰਦੇ ਹਾਂ, ਜੇ ਭਰਾ ਭਰਾ ਵੰਡ ਕੇ ਖਾਣ ਤਾਂ ਕਿੰਨੀ ਖੁਸ਼ਹਾਲੀ ਹੋਵੇ। ਇਸ ਵਾਸਤੇ ਇਹ ਕਲਯੁਗ ਦੀ ਨਿਸ਼ਾਨੀ ਹੈ ਭਈ ਆਪਦੇ ਭਰਾ ਨੂੰ ਛੱਡ ਕੇ ਦੂਜੇ ਨਾਲ ਦੋਸਤੀ ਪਾਉਣਗੇ, ਜਿਹੜਾ ਨਾ ਜਾਣਦਾ ਨਾ ਬੁੱਝਦਾ ਹੈ। ਪਤਾ ਨਹੀਂ ਕਿਹੜੇ ਵੇਲੇ ਉਹਨੇ ਧੋਖਾ ਦੇ ਜਾਣਾ ਹੈ। ਤੋ ਇਸ ਲਈ ਇਹ ਕਲਯੁਗ ਦੀ ਨਿਸ਼ਾਨੀ ਹੈ। ਆਪੇ ਆਖਣ ਆਪੇ ਜਾਣ। ਪਹਿਲਾਂ ਆਪ ਹੀ ਦੂਸਰੇ ਦੀ ਸ਼ੋਭਾ ਘਟਾਉਣ ਵਾਸਤੇ ਸਵਾਲ ਆਖਿਆ ਕਰਨਗੇ। ਕਈਆਂ ਦਾ ਮੂਰਖਪੁਣਾ ਹੁੰਦਾ, ਸੁਭਾਅ ਹੁੰਦਾ। ਉਹਨਾਂ ਜਿਹੜੀ ਗੱਲ ਦਾ ਪਤਾ ਉਹਦਾ ਸਵਾਲ ਉਹੀ ਕਰਨਾ ਹੈ ਕਿ ਦੂਸਰੇ ਨੂੰ ਵੇਖੀਏ ਭਲਾ ਕੀ ਜਵਾਬ ਦਿੰਦਾ। ਜੇ ਅਗਲੇ ਨੂੰ ਨਹੀਂ ਆਇਆ, ਇੱਕਦਮ ਮਾਈਂਡ 'ਚ ਆਉਂਦਾ ਹੀ ਨਹੀਂ, ਸਾਨੂੰ ਤਾਂ ਹੁਣ ਪਤਾ, ਤਾਂ ਉਹਦੀ ਫਿਰ ਬੇਇੱਜ਼ਤੀ ਕਰਨੀ ਅਤੇ ਆਪ ਹੀ ਪ੍ਰਸ਼ਨ ਕਰਨਗੇ, ਸਵਾਲ ਆਖਿਆ ਕਰਨਗੇ ਦੂਜੇ ਦੀ ਸ਼ੋਭਾ ਘਟਾਉਣ ਲਈ। ਅਤੇ ਅਗਲਾ ਪੁਰਖ ਉਹਦਾ ਉੱਤਰ ਦੇ ਦਿਆ ਕਰੇਗਾ, ਤਾਂ ਆਪ ਹੀ ਕਹਿ ਦਿਆ ਕਰਨਗੇ ਮੈਂ ਤਾਂ ਪਹਿਲਾਂ ਹੀ ਜਾਣਦਾ ਸੀਗਾ, ਜਾਂ ਇੰਜ ਨਹੀਂ ਇੰਜ ਹੈ, ਜਾਂ ਆਪ ਹੀ ਪ੍ਰਸ਼ਨ ਦੇ ਉੱਤਰ ਨੂੰ ਜਾਣਦੇ ਹੋਣਗੇ, ਪਰ ਵਤੰਡਾਵਾਦ ਵਾਸਤੇ ਆਪ ਹੀ ਉਸ ਪ੍ਰਸ਼ਨ ਨੂੰ ਆਖਿਆ ਕਰਨਗੇ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ। ਹਿੰਦੂ ਕੈ ਘਰ ਹਿੰਦੂ ਆਵੈ। ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਖੱਤਰੀ ਆਦਿਕ ਹਿੰਦੂ ਦੇ ਘਰ ਵਿੱਚ ਹਿੰਦੂ ਭਾਵ ਬ੍ਰਾਹਮਣ ਆਇਆ ਕਰਨਗੇ। ਅਤੇ ਸੂਤ ਜਨੇਊ ਪੜ ਗਲ ਪਾਵੈ। ਧਾਗੇ ਦਾ ਜਨੇਊ ਗਾਇਤਰੀ ਮੰਤਰ ਪੜ੍ਹ ਕੇ ਉਸ ਖੱਤਰੀ ਦੀ ਗਲ ਵਿੱਚ ਪਾ ਦਿਆ ਕਰਨਗੇ। ਸੂਤ ਪਾਏ ਕਰੇ ਬੁਰਿਆਈ। ਖੱਤਰੀ ਆਪਣੇ ਗਲ 'ਚ ਧਾਗੇ ਦਾ ਜਨੇਊ ਪਾ ਕੇ ਵੀ ਬੁਰੇ ਕਰਮ ਕਰਿਆ ਕਰੇਗਾ। ਨਾਤਾ ਧੋਤਾ ਥਾਏ ਨਾ ਪਾਈ। ਉਸ ਖੱਤਰੀ ਦਾ ਤੀਰਥਾਂ ਦੇ ਨਾਤਾ ਨਹਾਉਣਾ ਤੇ ਵਸਤਰਾਂ ਆਦਿਕ ਨੂੰ ਧੋਣਾ, ਜਾਂ ਨੇਤੀ ਧੋਤੀ ਕੀਤੀ ਹੋਈ, ਜਾਂ ਅੰਦਰ ਆਦਿਕ ਨੂੰ ਧੋਣਾ, ਇਹ ਥਾਂ ਪਾਵ ਲੇਖੇ ਵਿੱਚ ਨਹੀਂ ਪੈਂਦਾ ਹੈ। ਮੁਸਲਮਾਨ ਕਰੇ ਵਡਿਆਈ। ਮੁਸਲਮਾਨ ਹਰ ਵਕਤ ਆਪਣੇ ਮਜ਼ਹਬ ਦੀ ਵਡਿਆਈ ਸ਼ੋਭਾ ਹੀ ਕਰਦੇ ਰਿਹਾ ਕਰਨਗੇ ਕਿ ਮੁਸਲਮਾਨ ਧਰਮ ਸਾਰਿਆਂ ਤੋਂ ਸ੍ਰੇਸ਼ਟ ਹੈ,
ਜਾਂ ਅਸੀਂ ਮੁਸਲਮਾਨ ਸ਼ਰ੍ਹਾ ਵਿੱਚ ਪੱਕੇ ਹਾਂ। ਵੈਣ ਗੁਰ ਪੀਰੈ ਕੋ ਥਾਏ ਨ ਪਾਈ। ਪਰ ਗੁਰੂ ਪੀਰ ਪੂਜਨੀ ਗੁਰਾਂ ਤੋਂ ਬਿਨਾਂ ਕੋਈ ਵੀ ਦਰਗਾਹ ਵਿੱਚ ਥਾਂ ਨਹੀਂ ਪਾਉਣਾ ਕਰੇਗਾ। ਭਾਵ ਮੁਸਲਮਾਨ ਵੀ ਅਜਿਹੇ ਬੇਧਰਮੀ ਹੋ ਜਾਣਗੇ। ਰਾਹੋ ਦਸਾਈ ਉਥੈ ਕੋ ਜਾਏ। ਜਾਂ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ, ਆਪਣੇ ਆਪ ਗੁਰੂ ਪੀਰ ਤੋਂ ਬਗੈਰ ਕੋਈ ਵੀ ਤੁਰਿਆ ਪਦ ਰੂਪੀ ਥਾਂ ਨੂੰ ਨਹੀਂ ਪਾਏਗਾ। ਰਾਹੋ ਦਸਾਏ ਉਥੈ ਕੋ ਜਾਏ, ਜਿੱਥੋਂ ਪਰਮੇਸ਼ਰ ਦੀ ਪ੍ਰਾਪਤੀ ਦਾ ਭਿਸਤ ਦਾ ਰਸਤਾ ਪੁੱਛੀਦਾ ਹੈ, ਉੱਥੇ ਸਤਸੰਗਤ ਵਿੱਚ ਤਾਂ ਕੋਈ ਹੀ ਜਾਇਆ ਕਰੇਗਾ। ਮੈਂ ਬਾਹਰਲੀਆਂ ਕੰਟਰੀਆਂ 'ਚ ਇਹ ਗੱਲ ਨੋਟ ਕੀਤੀ ਹੈ ਕਿ ਗੋਰਿਆਂ ਦੇ ਚਰਚ ਵਿਕ ਗਏ। ਕਿਉਂ ਵਿਕੇ? ਕਿ ਉਹਨਾਂ ਦੇ ਨਿਆਣੇ ਚਰਚਾਂ ਵਿੱਚ ਜਾਣਾ ਬੰਦ ਹੋ ਗਏ। ਸਮਾਂ ਅੱਜ ਕੱਲ੍ਹ ਮਾਡਰਨ ਐਡਵਾਂਸ ਚੱਲ ਰਿਹਾ ਅਤੇ ਰਾਤ ਦੇ 2-2 ਵਜੇ ਤੱਕ ਜਾਂ ਸਾਰੀ ਰਾਤ IT ਵਾਲੇ ਕੰਪਿਊਟਰ ਮੈਨ ਲੱਗੇ ਰਹਿੰਦੇ ਨੇ। ਸਵੇਰੇ ਕਿੰਨੇ ਵਕਤੇ ਉੱਠਣਾ? ਸ਼ਨੀ ਐਤਵਾਰ ਵੀ ਸਾਡੋਂ ਟਾਈਮ ਨਹੀਂ ਹੈ। ਗੋਰਿਆਂ ਦੇ